ਗੁਰਪ੍ਰੀਤ ਕੌਰ ਨੇ ਦੂਸਰੇ ਗਰੁੱਪ ਵਿੱਚ ਬੜੀ ਹੀ ਇਤਿਹਾਸ ਦੀ ਜਾਣਕਾਰੀ ਲਿਖੀ ਹੋਈ ਹੈ ਤੇ ਇਸੇ ਜਾਣਕਾਰੀ ਨੂੰ ਹੀ ਧਾਰਮਿਕ ਲੋਕ ਗਿਆਨ ਕਹਿੰਦੇ ਹਨ। ਜਿਵੇਂ ਤੁਸੀਂ ਦੇਖਿਆ ਹੋਵੇਗਾ, ਕਈ ਜਗ੍ਹਾ ਪ੍ਰੋਗਰਾਮ ਹੁੰਦੇ ਹਨ, ਪਿੱਛੇ ਵੀ ਹੋਏ ਸਨ। ਮੈਂ ਵੀ ਇੱਕ ਦੋ ਜਗ੍ਹਾ ਦੇਖਿਆ ਹੈ ਵੀ ਉੱਥੇ ਗੁਰਸਿੱਖ ਕੌਣ ਹੈ ਇਹ ਨਿਰਣਾ ਕੀਤਾ ਜਾਂਦਾ ਹੈ। ਗੁਰਮੁਖ ਕੌਣ ਹੈ, ਕਿਹਨੂੰ ਗਿਆਨ ਹੈ ਜ਼ਿਆਦਾ, ਤੇ ਉਹਨੂੰ ਹੀ ਗਿਆਨਵਾਨ ਸਮਝਿਆ ਜਾਂਦਾ ਹੈ, ਗੁਰਸਿੱਖ ਸਮਝਿਆ ਜਾਂਦਾ ਹੈ, ਗੁਰਮੁਖ ਸਮਝਿਆ ਜਾਂਦਾ, ਜਿਹਨੂੰ ਇਤਿਹਾਸ ਦੀ ਜਾਣਕਾਰੀ ਜ਼ਿਆਦਾ ਹੋ, ਨੌਲੇਜ ਜ਼ਿਆਦਾ ਹੋਵੇ। ਉਹ ਸਵਾਲ ਵੀ ਪੁੱਛਦੇ ਹਨ ਨਾ ਇਤਿਹਾਸ ਦੇ ਵਿੱਚ, ਜਿਹੜੇ ਜ਼ਿਆਦਾ ਜਵਾਬ ਦੇਵੇ ਕਹਿੰਦੇ ਹਨ ਆਹ ਦੇਖੋ ਕਿੰਨਾ ਗਿਆਨ ਹੈ, ਇਤਿਹਾਸ ਦੀ ਕਿੰਨੀ ਨੌਲੇਜ ਹੈ, ਜੇ ਸ਼ਬਦਾਂ ਦੇ ਅਰਥਾਂ ਦਾ ਜ਼ਿਆਦਾ ਪਤਾ ਹੋਵੇ। ਤੇ ਇਤਿਹਾਸ ਦੇ ਨਾਲ ਜ਼ਿਆਦਾ ਜੋੜਦੇ ਹਨ ਪ੍ਰਚਾਰਕ। ਫਿਰ ਐਸਾ ਨਹੀਂ ਹੈ ਵੀ ਸਿੱਖ ਪ੍ਰਚਾਰਕ ਜੋੜਦੇ ਹਨ, ਹਰ ਧਰਮ ਦੇ ਲੋਕ ਹੀ ਜਿਹੜੇ ਇਸ਼ਟ ਨੂੰ ਮੰਨਦੇ ਹਨ, ਉਸ ਇਸ਼ਟ ਦਾ ਇਤਿਹਾਸ ਦੂਸਰਿਆਂ ਨੂੰ ਜ਼ਿਆਦਾ ਕੰਠ ਕਰਾਉਂਦੇ ਹਨ। ਤੇ ਜਿਹਨੂੰ ਜ਼ਿਆਦਾ ਇਤਿਹਾਸ ਪਤਾ ਹੋਵੇ, ਯਾਦ ਹੋਵੇ, ਉਹਨੂੰ ਹੀ ਲੋਕ ਧਾਰਮਿਕ ਵੀ ਸਮਝਦੇ ਹਨ। ਤੁਸੀਂ ਦੇਖਿਆ ਹੀ ਹੈ ਨਾ, ਆਪ ਵੀ ਕਹਿੰਦੇ ਹਨ ਕਈ ਸਿੱਖ ਵੀ ਜਿਹਨੂੰ ਪੰਜਾਂ ਪਿਆਰਿਆਂ ਦੇ ਨਾਂ ਦਾ ਹੀ ਨਹੀਂ ਪਤਾ, ਉਹ ਕਾਹਦਾ ਸਿੱਖ। ਚਾਰ ਸਾਹਿਬਜ਼ਾਦਿਆਂ ਦੇ ਨਾਂ ਦਾ ਨਹੀਂ ਪਤਾ, ਉਹ ਕਾਹਦਾ ਸਿੱਖ। ਗੁਰੂਆਂ ਦੇ ਨਾਂ ਦਾ ਨਹੀਂ ਪਤਾ, ਉਹ ਕਾਹਦਾ ਸਿੱਖ। ਇੱਦਾਂ ਹੀ ਸਨਾਤਨ ਧਰਮ 'ਚ ਵੀ ਕਹਿੰਦੇ ਹਨ ਵੀ ਰਾਮ ਚੰਦਰ ਜੀ ਦੇ ਕੁਲਾਂ ਦਾ ਨਹੀਂ ਪਤਾ। ਜਿਹੜੇ ਕ੍ਰਿਸ਼ਨ ਨੂੰ ਮੰਨਣ ਵਾਲੇ ਹਨ ਉਹ ਕਹਿੰਦੇ ਹਨ ਕ੍ਰਿਸ਼ਨ ਜੀ ਦਾ ਨਹੀਂ ਪਤਾ, ਗੀਤਾ ਕਿਦੋਂ ਉਚਾਰੀ। ਤੇ ਜੇ ਪਤਾ ਨਹੀਂ ਹੈ ਤੇ ਧਾਰਮਿਕ ਨਹੀਂ ਹੈ, ਸਾਫ਼ ਹੀ ਹੈ। ਧਾਰਮਿਕ ਉਹ ਹੀ ਹੈ, ਉਹਨੂੰ ਹੀ ਸਮਝਦੇ ਹਨ ਧਾਰਮਿਕ ਲੋਕ, ਜਿਹਨੂੰ ਧਰਮ ਬਾਰੇ ਜਾਣਕਾਰੀ ਜ਼ਿਆਦਾ ਹੋਵੇ। ਤੇ ਜਾਣਕਾਰੀ ਇਤਿਹਾਸ ਦੀ, ਪਿੱਛੇ ਜੋ ਘਟਨਾਵਾਂ ਹੋ ਚੁੱਕੀਆਂ ਹਨ, ਬੀਤ ਚੁੱਕਾ ਹੈ ਸਮਾਂ, ਉਹਦੇ ਵਿੱਚ ਗੁਰੂਆਂ ਨੇ ਕੀ ਕੀ ਕੀਤਾ, ਗੁਰੂਆਂ ਬਾਰੇ ਜਾਣਕਾਰੀ। ਤੇ ਇਹ ਵਾਰ-ਵਾਰ ਰਿਪੀਟ ਕੀਤੀ ਜਾਂਦੀ ਹੈ, ਜਾਣਕਾਰੀ ਦੱਸੀ ਜਾਂਦੀ ਹੈ। ਕਹਿੰਦੇ ਹਨ ਬੱਚਿਆਂ ਨੂੰ ਸਾਰਿਆਂ ਨੂੰ ਦੱਸੋ, ਇਤਿਹਾਸ ਪੜ੍ਹਾਓ, ਬੜਾ ਜ਼ੋਰ ਦਿੱਤਾ ਜਾਂਦਾ ਹੈ। ਕਿਉਂ? ਇਹੋ ਹੀ ਅਸਰ ਹੋ ਗਿਆ ਹੈ ਨਾ ਜ਼ਿਆਦਾ, ਵਾਰ-ਵਾਰ ਪ੍ਰਚਾਰਕਾਂ ਨੇ ਕਿਹਾ ਹੈ, ਪ੍ਰਚਾਰਕ ਦੱਸ ਰਹੇ ਹਨ, ਉਹੋ ਹੀ ਅਸਰ ਹੋ ਗਿਆ ਹੈ ਆਦਮੀ 'ਤੇ। ਆਦਮੀ ਉਸ ਢੰਗ ਨਾਲ ਹੀ ਸੋਚਦਾ ਹੈ, ਤੋ ਜਾਣਕਾਰੀਆਂ ਹੀ ਇਕੱਠੀਆਂ ਕਰੀ ਜਾਂਦਾ। ਮਰੇ ਹੋਏ ਬੀਤੇ ਹੋਏ ਸਮੇਂ ਦੇ ਵਿੱਚ ਜੋ ਕੁਛ ਹੋਇਆ ਹੈ ਉਹਦੀਆਂ ਜਾਣਕਾਰੀਆਂ, ਉਹਦੀ ਜਾਣਕਾਰੀ ਵੀ ਹੋਊ ਤੇ ਕਰੋਗੇ ਕੀ। ਦਰਅਸਲ ਗੱਲ ਉਲਟੀ ਹੁੰਦੀ ਹੈ, ਉਹਨਾਂ ਜਾਣਕਾਰੀਆਂ ਕਰਕੇ ਹੀ ਤੁਸੀਂ
ਹੁਣ ਜਾਗ ਨਹੀਂ ਸਕਦੇ। ਗਿਆਨ ਨਹੀਂ ਹੋ ਸਕਦਾ ਜਿਹੜਾ ਸਨਾਤਨ ਪੁਰਾਤਨ ਜੋ ਪਿੱਛੇ ਹੋ ਚੁੱਕਿਆ ਹੈ ਉਹਨੂੰ ਛੱਡੇ ਨਾ, ਖਿਆਲ ਵਿੱਚ ਰੱਖਿਓ। ਉਹਨੂੰ ਗਿਆਨ ਨਹੀਂ ਹੋ ਸਕਦਾ, ਕਿਉਂਕਿ ਬੁੱਧੀ 'ਤੇ ਆਵਰਣ ਪੜਦਾ ਪਿਆ ਰਹੇਗਾ ਇਹਨਾਂ ਸ਼ਬਦਾਂ ਦਾ, ਇਹਨਾਂ ਜਾਣਕਾਰੀਆਂ ਦਾ। ਤਾਂ ਪੜਦਾ ਪਾ ਰਹੇ ਹਨ ਧਾਰਮਿਕ ਲੋਕ, ਗੁਰੂਆਂ ਨੇ ਨਹੀਂ ਪਾਇਆ ਹੈ। ਦੇਖੋ ਤੁਸੀਂ, ਗੁਰੂਆਂ ਨੇ ਉਪਦੇਸ਼ ਲਿਖਿਆ ਹੈ, ਇਤਿਹਾਸ ਨਹੀਂ ਲਿਖਿਆ ਹੈ। ਦੇਖੋ ਕਮਾਲ ਦੀ ਗੱਲ। ਉਪਦੇਸ਼ ਕੂੜ ਚੋਂ ਮੁਕਤ ਕਰਦਾ ਹੈ, ਝੂਠ ਤੋਂ ਮੁਕਤ ਕਰਦਾ ਹੈ। ਇਤਿਹਾਸ ਝੂਠ ਦੇ ਨਾਲ ਜੋੜਦਾ ਹੈ, ਕੂੜ ਦੇ ਨਾਲ ਜੋੜਦਾ ਹੈ, ਕਿਉਂਕਿ ਇਤਿਹਾਸ ਆਪ ਖੁਦ ਕੂੜ ਹੈ। ਕਈਆਂ ਨੂੰ ਬੜੀ ਨਾਰਾਜ਼ਗੀ ਹੋਵੇਗੀ। ਮਿਥਿਆ ਕਹਿੰਦੇ ਹਨ ਨਾ, ਮਿਥਿਆਸ। ਮਿਥਿਆਸ ਦਾ ਕੀ ਅਰਥ ਹੁੰਦਾ ਹੈ? ਵੀ ਪੁਰਾਣੀਆਂ ਘਟਨਾਵਾਂ ਨੂੰ ਸੋਚ ਸੋਚ ਕੇ ਲਿਖਿਆ ਗਿਆ ਇਤਿਹਾਸ। ਤੇ ਉਪਦੇਸ਼ ਹੈ ਜਾਣਿਆ ਗਿਆ। ਉਪਦੇਸ਼ ਇਸੇ ਕਰਕੇ ਤਾਜ਼ਾ ਰਹਿੰਦਾ ਹੈ। ਹੁਣ ਵੀ ਉਪਦੇਸ਼ ਨੂੰ ਪੜ੍ਹੋ ਤੇ ਤਾਜ਼ਾ ਦਾ ਤਾਜ਼ਾ ਹੀ ਹੈ। ਤੇ ਇਤਿਹਾਸ ਲਿਖਿਆ ਜਾਂਦਾ ਹੈ ਸੋਚ ਸੋਚ ਕੇ। ਤੇ ਇਹਨਾਂ ਨੇ ਲਿਖਿਆ ਹੋਇਆ ਹੈ, ਦੇਖੋ ਤੁਸੀਂ, ਵੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 26 ਸਾਲ 11 ਮਹੀਨੇ 13 ਦਿਨ ਭਗਤੀ ਕੀਤੀ। ਇਹਨਾਂ ਨੂੰ ਕਿਵੇਂ ਪਤਾ ਹੈ? ਜਿੰਨੇ ਲਿਖਿਆ ਵੀ ਹੈ ਉਹ ਕੀ ਨਾਲ ਰਿਹਾ ਹੈ ਗੁਰੂਆਂ ਦੇ? ਉਹਨੂੰ ਪਤਾ ਹੈ ਕਿਸ ਤਰ੍ਹਾਂ ਗਿਣਤੀਆਂ ਮਿਣਤੀਆਂ ਕਰਦੇ ਲੋਕ। ਭਗਤੀ ਕੀਤੀ ਨਾਲੇ ਕਹਿੰਦੇ ਆ ਉਹ ਭਗਤ ਸਨ, ਉਹ ਤੇ ਗਿਆਨਵਾਨ ਸਨ। ਤੈਨੂੰ ਯਾਦ ਕਰਕੇ ਵੀ ਕੀ ਕਰੋਗੇ? ਵੀ ਇੰਨੇ ਸਾਲ ਉਹਨਾਂ ਨੇ ਸਾਧਨਾ ਕੀਤੀ, ਭੋਰੇ 'ਚ ਰਹੇ। ਫਿਰ ਦੂਸਰੀ ਗੱਲ ਇੱਕ ਹੋਰ ਜਿਹੜੀ ਥੱਲੇ ਲਿਖੀ ਹੈ ਉਹ ਜ਼ਿਆਦਾ ਕਮਾਲ ਦੀ ਹੈ, ਸਮਝਣ ਯੋਗ ਹੈ ਨਾਲੇ ਸਾਰਿਆਂ ਦੀ। ਥੱਲੇ ਲਿਖਿਆ ਹੋਇਆ ਵੀ ਗੁਰੂ ਤੇਗ ਬਹਾਦਰ ਵੈਰਾਗ ਦੀ ਮੂਰਤੀ, ਜਿਹੜੇ ਆਪਣੀ ਜ਼ਿੰਦਗੀ 'ਚ ਹੱਸੇ ਨਹੀਂ। ਇਹ ਕਹਿੰਦੇ ਹਨ ਨਾ ਜ਼ਿਆਦਾਤਰ ਪ੍ਰਚਾਰਕ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਪੂਰੀ ਜ਼ਿੰਦਗੀ 'ਚ ਹੱਸੇ ਨਹੀਂ। ਤੁਹਾਨੂੰ ਠੀਕ ਵੀ ਲੱਗੇਗਾ, ਖਿਆਲ ਕਰੋ। ਜਿਹੜਾ ਆਪਣਾ ਘਰ-ਬਾਰ ਛੱਡ ਕੇ, ਪਰਿਵਾਰ ਰਿਸ਼ਤੇਦਾਰ ਛੱਡ ਕੇ ਭੋਰੇ 'ਚ ਬੈਠਾ ਹੋਇਆ ਹੈ, ਕਿਸੇ ਨਾਲ ਕੋਈ ਬੋਲਦਾ ਚੱਲਦਾ ਨਹੀਂ। ਤੁਸੀਂ ਕਹੋਗੇ ਵੀ ਉਹ ਉਦਾਸ ਆਦਮੀ ਹੈ, ਨਿਰਾਸ਼ ਆਦਮੀ, ਹਤਾਸ਼ ਆਦਮੀ। ਤੁਸੀਂ ਸੋਚੋ, ਆਪ ਖਿਆਲ ਕਰੋ। ਇਹ ਜਿਹੜੇ ਲਿਖਣ ਵਾਲੇ ਹਨ ਇਤਿਹਾਸ, ਇਹ ਵੀ ਸੰਸਾਰੀ ਹਨ। ਤੁਹਾਡੇ ਵਰਗੀ ਸੋਚ ਇਹਨਾਂ ਦੀ ਹੈ। ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਇੱਦਾਂ ਤਾਂ ਇਹਨਾਂ ਨੇ ਸੋਚ ਸੋਚ ਕੇ ਲਿਖਿਆ ਹੈ ਨਾ। ਇਹ ਸੋਚਦੇ ਹਨ ਵੀ ਜਿਹੜਾ ਸੰਸਾਰ ਤੋਂ ਤਿਆਗ ਕਰਕੇ ਇੱਕ ਪਾਸੇ ਬੈਠਾ ਹੋਇਆ ਉਹ ਹੱਸ ਕਿਵੇਂ ਸਕਦਾ ਹੈ? ਇੱਕ ਦਰਖਤ ਥੱਲੇ ਕੋਈ ਬੈਠਾ ਹੋਇਆ ਧਿਆਨ ਵਿੱਚ, ਤੁਸੀਂ ਆਓਗੇ ਤੇ ਉਦਾਸੀ ਹੈ, ਇਹ ਹੱਸ ਕਿਵੇਂ ਸਕਦਾ? ਇਹਨੂੰ ਤੇ ਹਾਸਾ ਆਉਂਦਾ ਹੀ ਨਹੀਂ ਹੋਵੇਗਾ, ਖੁਸ਼ ਤੇ ਹੋਵੇਗਾ ਹੀ। ਸੰਸਾਰੀ ਲੋਕ ਇਵੇਂ ਹੀ ਸੋਚਦੇ ਹਨ। ਸੰਸਾਰੀਆਂ ਦੀ ਦ੍ਰਿਸ਼ਟੀ ਦੇ ਵਿੱਚ ਜਿਹੜਾ ਸੰਸਾਰ ਨੂੰ ਤਿਆਗ ਦੇਵੇ ਨਾ ਉਹਨੂੰ ਉਦਾਸ ਕਹਿੰਦੇ ਹਨ। ਉਦਾਸ ਦਾ ਭਾਵ ਕਿ ਨਿਰਾਸ਼ ਹੋ ਗਿਆ, ਹਤਾਸ਼ ਹੋ ਗਿਆ, ਪਰੇਸ਼ਾਨ ਹੋ ਗਿਆ, ਦੁਖੀ ਹੋ ਗਿਆ। ਐਸੇ ਹਨ ਵੀ ਕਈ ਸਾਧੂ ਤੇ ਇਸ ਢੰਗ ਨਾਲ ਸੋਚ ਲੈਂਦੇ ਹਨ।
ਪ੍ਰਵਾਸ ਤੇ ਕੋਈ ਦੇ ਵਿੱਚ ਜਿਹੜਾ ਜਾਗਰਤ ਪੁਰਸ਼ ਹੈ ਨਾ, ਉਹਨੂੰ ਪਤਾ ਹੈ। ਕਹਿੰਦੇ ਨਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ। ਉਹੋ ਹੀ ਜਾਣਦਾ ਹੈ ਵੀ ਜਿੰਨਾ ਚਿਰ ਸੰਸਾਰ ਵਿੱਚੋਂ ਧਿਆਨ ਨਹੀਂ ਹਟਿਆ ਹੈ, ਉਹਨਾਂ ਚਿਰ ਤੇ ਰਵੇਗੀ ਉਦਾਸੀ ਹੀ। ਕਿਉਂਕਿ ਹਟ ਰਿਹਾ ਹੈ ਧਿਆਨ, ਜੇ ਹਟਿਆ ਨਹੀਂ ਹੈ। ਤੇ ਬੜੀ ਬੇਚੈਨੀ ਵੀ ਹੋਵੇਗੀ, ਤੜਫ ਵੀ ਹੋਵੇਗੀ, ਵੈਰਾਗ ਵੀ ਹੋਵੇਗਾ। ਤੇ ਜਦੋਂ ਧਿਆਨ ਹਟ ਗਿਆ ਸੰਸਾਰ ਵੱਲੋਂ ਨਾ, ਤੇ ਫਿਰ ਸਾਰੀਆਂ ਇਹ ਉਦਾਸੀਆਂ ਖਤਮ ਹੋ ਜਾਂਦੀਆਂ ਹਨ। ਫਿਰ ਆਦਮੀ ਉਦਾਸ ਥੋੜ੍ਹੀ ਹੁੰਦਾ ਹੈ। ਉਦਾਸ ਹੋਣਾ ਕਿਹਦੇ ਵਾਸਤੇ? ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਗਿਆਨ ਹੋ ਗਿਆ ਹੈ, ਉਹਨਾਂ ਨੇ ਜਾਣ ਲਿਆ ਸੰਸਾਰ ਮਿਥਿਆ ਹੈ, ਝੂਠ ਹੈ, ਕਿਹਾ ਵੀ ਹੈ ਉਹਨਾਂ ਨੇ ਵੀ ਇਹ ਸੰਸਾਰ ਝੂਠ ਹੈ। ਤੁਸੀਂ ਬਾਣੀ ਪੜ੍ਹ ਕੇ ਸੋਚ ਲੈਂਦੇ ਹੋ ਨਾ ਵੀ ਉਹਨਾਂ ਨੇ ਲਿਖਿਆ ਸਾਧੋ ਇਹ ਤਨ ਮਿਥਿਆ ਜਾਨ, ਇਹ ਵੀ ਮਿਥਿਆ ਹੈ, ਝੂਠ ਹੈ। ਜਗ ਰਚਨਾ ਸਭ ਝੂਠ ਹੈ। ਜਿਹੜਾ ਕਹਿ ਰਿਹਾ ਤੇ ਉਹ ਉਦਾਸ ਹੋਵੇਗਾ। ਨਹੀਂ, ਉਹ ਤੇ ਹੋ ਹੀ ਨਹੀਂ ਸਕਦਾ ਉਦਾਸ। ਜਿਹੜਾ ਜਾਣ ਲੈਂਦਾ ਹੈ ਸਭ ਕੁਝ ਝੂਠ ਹੈ, ਤੁਸੀਂ ਕਹੋਗੇ ਵੀ ਉਹ ਉਦਾਸ ਹੋਵੇਗਾ, ਨਿਰਾਸ਼ ਹੋਵੇਗਾ, ਹਤਾਸ਼ ਹੋਵੇਗਾ? ਨਹੀਂ, ਉਹਨੇ ਜਾਣ ਹੀ ਲਿਆ। ਜਿਵੇਂ ਇਵੇਂ ਸਮਝ ਲਓ ਤੁਸੀਂ, ਰਾਤ ਦਾ ਸੁਪਨਾ ਜਿਹਨੇ ਦੇਖਿਆ ਹੈ, ਉਹ ਸੁਪਨਾ ਭਾਵੇਂ ਦੁਖਦਾਈ ਹੋਵੇ ਰਾਤ ਦਾ, ਤੇ ਦੁਖਦਾਈ ਸੁਪਨੇ ਦੇ ਵਿੱਚ ਤੇ ਦੁੱਖ ਹੋਵੇਗਾ ਹੀ, ਪਰੇਸ਼ਾਨੀ ਹੋਵੇਗਾ। ਜਦੋਂ ਉਹ ਆਦਮੀ ਜਾਗ ਜਾਂਦਾ ਹੈ ਫਿਰ ਵੀ ਪਰੇਸ਼ਾਨ ਰਹਿੰਦਾ। ਫਿਰ ਤੋਂ ਜਾਣ ਲੈਂਦਾ ਹੈ ਨਾ ਵੀ ਦੁਖਦਾਈ ਸੁਪਨਾ ਸੀ, ਨਿਕਲ ਗਿਆ, ਛੁੱਟੀ ਹੋ ਗਈ। ਸੁਪਨੇ ਨੂੰ ਦੇਖ ਲਿਆ ਸੁਪਨਾ ਹੈ, ਵਿਅਰਥ ਹੈ, ਝੂਠ ਹੈ, ਖੇਲ ਹੈ। ਹਾਂ, ਪਹਿਲੇ ਨੂੰ ਹਾਸੀ ਆਉਂਦੀ ਹੈ। ਪਹਿਲਾਂ ਜਿੰਨਾ ਚਿਰ ਸੰਸਾਰ ਛੁੱਟਦਾ ਨਹੀਂ ਹੈ, ਖਿਆਲ ਵਿੱਚ ਰੱਖੋ, ਉਹਨਾਂ ਚਿਰ ਉਦਾਸੀ ਆਉਂਦੀ ਹੈ। ਆਪਾਂ ਕਹਿੰਦੇ ਨੇ ਵੀ ਉਦਾਸ ਹੋ ਗਿਆ, ਸੰਸਾਰ 'ਚੋਂ ਨਿਰਾਸ਼ ਹੋ ਗਿਆ, ਸੰਸਾਰ ਦੀ ਆਸਾ ਛੱਡਤੀ, ਇੱਛਾ ਛੱਡਤੀ, ਕਾਮਨਾ ਛੱਡਤੀ। ਇਹ ਦੂਸਰਾ ਪਾਸਾ ਮਿਲਿਆ ਨਹੀਂ ਆਨੰਦ ਵਾਲਾ। ਤਾਂ ਸੰਸਾਰ ਦੇ ਵਿੱਚ ਉਹ ਬੇਰਸੀ ਹੈ। ਬੇਰਸੀ ਮਿਲੇਗੀ ਪਹਿਲਾਂ, ਜੋ ਚੰਗਾ ਨਹੀਂ ਲੱਗਦਾ, ਰਸ ਨਹੀਂ ਆ ਰਿਹਾ। ਦੂਸਰੇ ਪਾਸੇ ਰਸ ਮਿਲਿਆ ਨਹੀਂ। ਇਹਨੂੰ ਕਿਹਾ ਹੈ ਨਾ ਲੂਣੀ ਸੇਲਾ ਚੱਟਣੀ, ਭਾਵ ਕਿ ਉਹ ਚੱਟਣ ਦੇ ਵਿੱਚ ਸਵਾਦ ਵੀ ਨਹੀਂ ਆ ਰਿਹਾ। ਇੱਦਾਂ ਹੀ ਸੰਸਾਰ ਵਿੱਚ ਜੋ ਧਿਆਨ ਹਟਦਾ ਹੈ ਨਾ, ਉਦੋਂ ਬੜੀ ਹੀ ਨਿਰਾਸ਼ਾ ਹੁੰਦੀ ਹੈ, ਬਹੁਤ ਬੇਚੈਨੀ ਹੁੰਦੀ ਹੈ, ਤੜਫ ਹੁੰਦੀ ਹੈ, ਵੈਰਾਗ। ਤਿਆਗ ਦੇ ਵਿੱਚ ਵੈਰਾਗ ਹੈ ਹੀ। ਤੇ ਜਦੋਂ ਸੰਸਾਰ ਵੱਲੋਂ ਧਿਆਨ ਹਟ ਜਾਂਦਾ ਹੈ ਨਾ, ਫਿਰ ਬੜੀ ਖੁਸ਼ੀ ਹੁੰਦੀ ਹੈ। ਪਹਿਲਾਂ ਰੋਣਾ ਹੁੰਦਾ ਹੈ ਜਿੰਨਾ ਚਿਰ ਹਟਿਆ ਨਹੀਂ, ਫਿਰ ਹੱਸਣਾ ਹੁੰਦਾ ਹੈ। ਫਿਰ ਸਾਧਕ ਖਿੜਖੜਾ ਕੇ ਹੱਸਦਾ ਹੈ ਵੀ ਕਮਾਲ ਹੋ ਗਈ, ਮੈਂ ਕਿਹੜੀ ਮੂਰਖਤਾ 'ਚ ਪਿਆ ਹੈ, ਕਿਹਦੇ ਵਿੱਚ ਫਸਿਆ ਸੀ, ਜਿਹੜਾ ਹੈ ਹੀ ਨਹੀਂ ਸੀ ਉਹਦੇ ਵਿੱਚ ਫਸਿਆ ਹੋਇਆ ਸੀ। ਤਾਂ ਉਹਨੂੰ ਬੜੀ ਹਾਸੀ ਆਉਂਦੀ ਹੈ ਆਪਣੀ ਮੂੜਤਾ 'ਤੇ ਲੋਕਾਂ ਵੱਲ ਦੇਖ ਕੇ ਉਹ ਹੱਸਦਾ ਹੈ। ਕਹਿੰਦੇ ਨਾ ਗੁਰਮੁਖ ਇਹ ਖੇਲ ਨੂੰ ਦੇਖ ਕੇ ਹੱਸਿਆ, ਹੱਸਦਾ ਹੈ। ਤੇ ਜਦੋਂ ਉਹ ਫਿਰ ਜਾਣ ਲੈਂਦਾ ਹੈ ਵੀ ਇੱਥੇ ਕੁਛ ਵੀ ਨਹੀਂ ਹੈ, ਸਪਨਾ ਹੀ ਹੈ।
ਫਿਰ ਹਾਸਾ ਵੀ ਨਹੀਂ ਰਹਿੰਦਾ ਹੈ। ਫਿਰ ਹਾਸੇ ਤੋਂ ਵੀ ਇੱਕ ਪਾਰ ਸਥਿਤੀ ਹੈ ਆਨੰਦ ਦੀ, ਉੱਥੇ ਪਹੁੰਚ ਜਾਂਦਾ ਹੈ। ਰੋਣਾ ਵੀ ਛੁੱਟ ਗਿਆ, ਹੱਸਣਾ ਵੀ ਛੁੱਟ ਗਿਆ। ਤੁਸੀਂ ਤੇ ਦੋ ਸਥਿਤੀਆਂ ਹੀ ਜਾਣਦੇ ਹੋ ਨਾ, ਰੋਣ ਦੀ ਤੇ ਹੱਸਣ ਦੀ। ਤੇ ਜਿਹੜਾ ਖਿੜਖੜਾ ਕੇ ਹੱਸਦਾ ਹੈ ਉਹਨੂੰ ਤੁਸੀਂ ਕਹਿੰਦੇ ਹੋ ਖੁਸ਼ ਹੈ, ਤੇ ਜਿਹੜਾ ਰੋ ਰਿਹਾ ਹੈ ਉਹਨੂੰ ਕਹਿੰਦੇ ਹੋ ਦੁਖੀ ਹੈ। ਪਰ ਤੀਸਰੇ ਬੰਦੇ ਨੂੰ ਨਹੀਂ ਤੁਸੀਂ ਜਾਣਦੇ ਹੋ, ਜਿਹੜਾ ਨਾ ਰੋ ਰਿਹਾ ਹੈ ਨਾ ਹੱਸ ਰਿਹਾ ਹੈ। ਉਹ ਗਹਿਰ ਗੰਭੀਰ ਹੈ, ਗੁਣੀ ਗਹੀਰ ਹੈ, ਉਹ ਅੰਤਰਮੁਖ ਹੈ, ਉਹ ਆਨੰਦ ਦੇ ਵਿੱਚ ਹੈ। ਉਹਨੂੰ ਸਿਆਣਨਾ ਵੀ ਔਖਾ ਹੈ। ਇਸੇ ਕਰਕੇ ਸੰਸਾਰੀ ਲੋਕ ਉਹ ਪਰਮ ਪੁਰਖ ਨੂੰ ਸਿਆਣ ਹੀ ਨਹੀਂ ਸਕਦੇ ਹਨ। ਉਹ ਕਹਿੰਦੇ ਹਨ ਵੇਖੋ ਇਕੱਲਾ ਬੈਠਾ ਹੋਇਆ ਉਜਾੜ ਦੇ ਵਿੱਚ। ਤਾਂ ਉਹਨਾਂ ਨੂੰ ਲੱਗਦਾ ਹੀ ਹੈ ਤੁਹਾਨੂੰ ਇਹ ਆਦਮੀ ਉਦਾਸ ਹੈ, ਪਰੇਸ਼ਾਨ ਹੈ, ਹਤਾਸ਼ ਹੈ, ਇਹ ਕਿਵੇਂ ਖੁਸ਼ ਹੋ ਸਕਦਾ। ਇਵੇਂ ਹੀ ਮੈਨੂੰ ਵੀ ਇੱਦਾਂ ਹੀ ਕਈ ਕਹਿੰਦੇ ਹਨ। ਇੱਕ ਸੰਨਿਆਸੀ ਆਉਂਦਾ ਹੁੰਦਾ ਸੀ ਮੇਰੇ ਕੋਲ ਕਦੇ ਕਦੇ। ਉਹਨੇ ਕਹਿਣਾ ਵੀ ਤੁਸੀਂ ਹੱਸਦੇ ਨਹੀਂ ਹੋ, ਕਦੀ ਹੱਸਦਾ ਹੀ ਨਹੀਂ ਦੇਖਿਆ। ਮੈਂ ਕਿਹਾ ਮੈਂ ਖਿੜਖੜਾ ਕੇ ਨਹੀਂ ਹੱਸਦਾ ਹਾਂ ਤੁਹਾਡੇ ਵਾਂਗੂ, ਸਾਇਲੈਂਟ। ਤੁਸੀਂ ਉੱਚੀ ਉੱਚੀ ਹੱਸਦੇ ਹੋ, ਬੜਾ ਜ਼ੋਰ ਲਾ ਲਾ ਕੇ ਕਈ ਹੱਸਣਗੇ। ਉਹ ਹੱਸਦੇ ਹੀ ਜ਼ੋਰ ਲਾ ਲਾ ਕੇ ਇਸ ਕਰਕੇ ਹੈ ਵੀ ਉਹ ਦੁੱਖ ਨੂੰ ਭੁਲਾ ਸਕਣ। ਦੁੱਖ ਨੂੰ ਭੁਲਾਉਣ ਵਾਸਤੇ ਆਦਮੀ ਹੱਸਦਾ ਹੈ, ਉੱਚੀ ਉੱਚੀ ਦਿਖਾਉਂਦਾ ਹੈ ਮੈਂ ਬਾਹਰ ਖੁਸ਼ ਹਾਂ। ਕਹਿੰਦੇ ਨਾ ਇਤਨਾ ਕਿਉਂ ਮੁਸਕਰਾ ਰਹੇ ਹੋ, ਕਿਆ ਗਮ ਹੈ ਜਿਸੇ ਛੁਪਾ ਰਹੇ। ਗਮ ਨੂੰ ਛੁਪਾਉਣ ਵਾਸਤੇ ਲੋਕ ਹੱਸਦੇ ਹਨ। ਇਸ ਕਰਕੇ ਹਾਸੇ ਵਾਸਤੇ ਵੀ ਸਹਾਰਾ ਲੱਭਦੇ ਹਨ। ਕੋਈ ਕਾਮੇਡੀ ਦੇਖਦੇ ਹਨ ਤਾਂ ਹੱਸਦੇ ਹਨ, ਕਿਉਂਕਿ ਬਾਹਰ ਸੰਸਾਰ ਭੁੱਲ ਜਾਂਦਾ ਹੈ ਉਹ ਦੇਖਣ ਦੇ ਵਿੱਚ, ਤਾਂ ਉਹਨਾਂ ਨੂੰ ਹਾਸਾ ਆ ਜਾਂਦਾ ਹੈ। ਥੋੜ੍ਹੀ ਦੇਰ ਲਈ ਹੱਸਦੇ ਹਨ। ਸੰਸਾਰੀ ਆਦਮੀ ਦਾ ਹਾਸਾ ਹੈ ਕਾਗਜ਼ੀ ਫੁੱਲਾਂ ਵਰਗਾ, ਪ੍ਰਭੂ ਦੇ ਪਿਆਰੇ ਦਾ ਵਾਸਤਵਿਕ ਫੁੱਲ ਵਰਗਾ ਹਾਸਾ ਹੈ।